ਤੁਸੀਂ ਵੱਡਾ कॉम्प्लीमेंट भी दे सकते हो। थैंक यू सो मच। ये बहुत वास्ट लाइन है, आप इसमें बहुत कुछ कर सकते हो। मतलब अगर आपका इंटरेस्ट है तो मैं कहा मैम सबसे पहले तो मुझे ये लाइन का पता ही नहीं है। फिर जो एडमिशन कराने का टाइम आया उस दिन मैं आई दोबारा, आई थिंक हफ्ते के बाद आई मैं दोबारा कॉलेज। उस तो बाद मैं आई तो एडमिशन लैना ही, वो मैम सीगे ही नहीं उत्थे। पंजाबी यार एंटरटेनमेंट दी फैक्ट्री। मैं निक्की मेरा शहर भी निक्का, मेरा जज्बा वड्डा वड्डा है, कदम भावें हजे छोटे ने पर सफ़र पहाड़ां जिड्डा है। ਕਹਿੰਦੇ ਨੇ ਕਿ ਜਿੰਨੀ ਛੋਟੀ ਉਮਰ ਦੇ ਵਿੱਚ ਅਸੀਂ ਆਪਣਾ ਸਫ਼ਰ ਸ਼ੁਰੂ ਕਰਦੇ ਹਾਂ, ਪ੍ਰਾਪਤੀਆਂ ਵੀ ਓਨੀ ਹੀ ਜਲਦੀ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤੇ ਉਹਨਾਂ ਹੀ ਸ਼ਖਸੀਅਤਾਂ ਦੇ ਵਿੱਚੋਂ ਅੱਜ ਸਾਡੇ ਨਾਲ ਇੱਕ ਐਸੀ ਸ਼ਖਸੀਅਤ ਮੌਜੂਦ ਹੈ ਜਿਨ੍ਹਾਂ ਦੀ ਜ਼ਿੰਦਗੀ ਦੇ ਅਨਪੜ੍ਹੇ ਪੰਨਿਆਂ ਨੂੰ ਅਸੀਂ ਪੜਾਂਗੇ। ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ, ਸਵਾਗਤ ਹੈ ਤੁਹਾਡਾ ਸਾਡੇ ਸ਼ੋਅ ਜ਼ਿੰਦਗੀ ਦੇ ਅਨਪੜ੍ਹੇ ਪੰਨੇ ਵਿੱਚ। ਬਹੁਤ ਬਹੁਤ ਥੈਂਕ ਯੂ। ਸੋ ਪੰਜਾਬੀ ਯਾਰ ਦੇਖ ਰਹੇ ਤੁਹਾਡੇ ਵੀ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਮੇਰਾ ਇੱਕ ਕੰਪਲੀਮੈਂਟ ਤੁਹਾਨੂੰ ਕਿ ਤੁਸੀਂ ਬਹੁਤ ਹੀ ਖੂਬਸੂਰਤ ਤੇ ਬਹੁਤ ਹੀ ਬਬਲੀ ਲੱਗ ਰਹੇ ਹੋ। ਤੁਸੀਂ ਵੱਡਾ ਕੰਪਲੀਮੈਂਟ ਵੀ ਦੇ ਸਕਦੇ ਹੋ। ਥੈਂਕ ਯੂ ਸੋ ਮਚ। ਪਰਸਨਲੀ ਮੈਨੂੰ ਅੱਜ ਬਹੁਤ ਵਧੀਆ ਲੱਗਾ ਤੁਹਾਨੂੰ ਇਦਾਂ ਲਾਈਵ ਦੇਖ ਕੇ। ਮਤਲਬ ਮੈਂ ਬੜੀ ਆਪਣੇ ਆਪ ਨੂੰ ਲੱਕੀ ਮਹਿਸੂਸ ਕਰ ਰਹੀ ਹਾਂ ਕਿ ਮੈਂ ਤੁਹਾਡੀ ਇੰਟਰਵਿਊ ਲੈ ਰਹੀ ਹਾਂ। ਸੋ ਸਵੀਟ ਆਫ ਯੂ। ਤੇ ਅੱਜ ਬਹੁਤ ਸਾਰੀਆਂ ਗੱਲਾਂ ਕਰਾਂਗੇ ਤੇ ਤੁਹਾਡੀ ਜ਼ਿੰਦਗੀ ਦੇ ਅਨਪੜ੍ਹੇ ਪੰਨਿਆਂ ਬਾਰੇ ਜਾਣਾਂਗੇ। ਤੇ ਸ਼ੁਰੂਆਤ ਕਰਦੇ ਹਾਂ ਮੇਰੇ ਪਹਿਲੇ ਸਵਾਲ ਤੋਂ। ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਤੁਸੀਂ ਆਪਣਾ ਥੋੜਾ ਬੈਕਗ੍ਰਾਉਂਡ, ਤੁਸੀਂ ਕਿੱਥੋਂ ਸਟੱਡੀ ਕੀਤੀ ਹੈ ਤੇ ਤੁਸੀਂ ਕਿੱਥੇ ਰਹਿੰਦੇ ਹੋ, ਥੋੜਾ ਸਾਡੇ ਦਰਸ਼ਕਾਂ ਨੂੰ ਦੱਸ ਦਿਓ। ਜੀ ਬਿਲਕੁਲ। ਸੋ ਸਭ ਤੋਂ ਪਹਿਲਾਂ ਤਾਂ ਮੈਂ ਜ਼ਰੂਰ ਦੱਸਣਾ ਚਾਹੂੰਗੀ ਤੁਹਾਨੂੰ ਕਿ ਮੈਂ ਬੜੇ ਛੋਟੇ ਜਿਹੇ ਪਿੰਡ ਦੇ ਵਿੱਚ ਰਹਿੰਦੀ ਹਾਂ। ਮੇਰਾ ਪਿੰਡ ਹੈਗਾ ਹੈ ਤੇਜਾ ਖੁਰਦ। ਸੋ ਤੇਜਾ ਖੁਰਦ ਤੋਂ ਮੈਂ ਆਪਣੀਆਂ ਸਟੱਡੀਜ਼ ਕੰਪਲੀਟ ਕੀਤੀਆਂ। ਉਸ ਤੋਂ ਬਾਅਦ ਮੈਂ ਖਾਲਸਾ ਕਾਲਜ ਆਈ ਅੰਮ੍ਰਿਤਸਰ ਤੋਂ ਮੈਂ ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ। ਉਸ ਤੋਂ ਬਾਅਦ ਮੇਰਾ ਜਿਹੜਾ ਸਫ਼ਰ ਸੀ ਲਾਈਫ ਦਾ, ਮੈਨੂੰ ਲੱਗਦਾ ਕਿ ਆਪਣੀ ਜਦੋਂ ਆਪਾਂ 10th 12th ਕਰ ਲੈਂਦੇ ਹਾਂ ਨਾ, ਐਕਚੁਅਲੀ ਆਪਾਂ ਨੂੰ ਹੋਸ਼ ਉਸ ਟਾਈਮ ਆਉਂਦੀ ਹੈ ਕਿ ਆਪਾਂ ਕੀ ਕਰਨਾ ਲਾਈਫ ਦੇ ਵਿੱਚ। ਆਪਾਂ ਨੂੰ ਆਪਣੇ ਰਸਤੇ ਦਿਖਣ ਲੱਗ ਜਾਂਦੇ ਨੇ, ਹੈ ਨਾ। ਕਿਉਂਕਿ 10th 12th ਤੱਕ ਤਾਂ ਆਪਾਂ ਮੰਮਾ ਪਾਪਾ ਦੇ ਸਿਰ 'ਤੇ ਖੂਬ ਐਸ਼ ਕਰਦੇ ਹਾਂ। ਜਦੋਂ ਅਸੀਂ ਗ੍ਰੈਜੂਏਸ਼ਨ ਦੇ ਵਿੱਚ ਜਾਂਦੇ ਹਾਂ ਉਦੋਂ ਮੈਚਿਓਰਿਟੀ ਆਉਣ ਲੱਗ ਜਾਂਦੀ ਹੈ, ਕਿ ਮੈਚਿਓਰਿਟੀ ਲੈਵਲ ਸਾਨੂੰ ਦਿਖਣਾ ਸ਼ੁਰੂ ਹੋ ਜਾਂਦਾ ਹੈ। ਸੋ ਮੈਂ ਗ੍ਰੈਜੂਏਸ਼ਨ ਕੰਪਲੀਟ ਕੀਤੀ ਹੈ ਖਾਲਸਾ ਕਾਲਜ ਅੰਮ੍ਰਿਤਸਰ ਤੋਂ। ਅਤੇ ਉਸ ਤੋਂ ਬਾਅਦ ਮੈਂ ਇੱਦਾਂ ਸੀਗਾ ਕਿ ਜਦੋਂ ਮੈਂ ਗ੍ਰੈਜੂਏਸ਼ਨ ਦੇ ਵਿੱਚ ਸੀ, ਸੈਕੰਡ ਈਅਰ ਕੰਪਲੀਟ ਕੀਤਾ, ਜਦੋਂ ਫਾਈਨਲ ਈਅਰ ਸੀ ਮੇਰੀ ਪਲੇਸਮੈਂਟ ਹੋਈ ਨਿਊਜ਼ 18 ਦੇ ਵਿੱਚ ਐਜ਼ ਅ ਇੰਟਰਨਸ਼ਿਪ ਕੀਤੀ ਮੈਂ ਨਿਊਜ਼ 18 ਦੇ ਵਿੱਚ। ਉਸ ਤੋਂ ਬਾਅਦ ਫਿਰ 1-2 ਚੈਨਲਸ ਦੇ ਵਿੱਚ ਹੋਰ ਕੰਮ ਕੀਤਾ। ਆਫਟਰ ਦੈਨ ਮੈਨੂੰ ਜੌਬ ਮਿਲੀ। ਫਿਰ ਹੁਣ ਅੱਜ ਮੈਂ ਚੰਡੀਗੜ੍ਹ। ਮੈਨੂੰ ਮੈਮ ਤੋਂ ਇੱਕ ਇਨਸਪੀਰੇਸ਼ਨ ਮਿਲੀ ਕਿ ਇੱਕ ਛੋਟੇ ਜਿਹੇ ਪਿੰਡ ਤੋਂ ਚੰਡੀਗੜ੍ਹ ਮੂਵ ਕਰਨਾ ਇੱਕ ਮਿਸਾਲ ਤੋਂ ਘੱਟ ਨਹੀਂ। ਮੈਂ ਮੈਨੂੰ ਥੋੜਾ ਦੱਸ ਸਕਦੇ ਹੋ ਤੁਹਾਡਾ ਪਿੰਡ ਤੋਂ ਚੰਡੀਗੜ੍ਹ ਦਾ ਸਟਰਗਲ ਕੀ ਰਿਹਾ, ਉਹਦੇ ਵਿੱਚ ਕੀ ਤੁਹਾਨੂੰ ਫੇਸ ਕਰਨਾ ਪਿਆ, ਕਿ ਕਿੱਦਾਂ ਤੁਸੀਂ ਸੋਚਿਆ ਸੀਗਾ ਕਿ ਮੈਂ ਮੀਡੀਆ ਲਾਈਨ ਇੱਦਾਂ ਚੂਜ਼ ਕਰਕੇ ਇੱਦਾਂ ਜਾਵਾਂਗੀ? ਸਭ ਤੋਂ ਪਹਿਲਾਂ ਤਾਂ ਆਪਾਂ ਜੋ ਸੋਚਦੇ ਨਾ, ਮੈਨੂੰ ਲੱਗਦਾ ਹੁੰਦਾ ਨਹੀਂ, ਬਹੁਤ ਘੱਟ ਹੁੰਦਾ। ਕਿਉਂਕਿ ਜਦੋਂ ਮੈਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ ਨਾ, ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਪਹਿਲਾਂ ਕਿ ਮੈਂ ਖਾਲਸਾ ਕਾਲਜ ਦੇ ਵਿੱਚ ਪੜ੍ਹੀ ਔਰ ਕਿਸ ਤਰ੍ਹਾਂ ਮੈਂ ਮੂਵ ਕੀਤਾ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗੀ ਕਿ ਮੈਂ ਮੀਡੀਆ ਲਾਈਨ ਦੇ ਵਿੱਚ ਆਈ ਕਿਸ ਤਰ੍ਹਾਂ। ਮੀਡੀਆ ਲਾਈਨ 'ਚ ਆਉਣ ਦਾ ਕੋਈ ਦੂਰ ਤੱਕ ਮੇਰਾ ਪਲਾਨ ਨਹੀਂ ਸੀ। ਮੈਂ ਖਾਲਸਾ ਕਾਲਜ ਆਈ ਐਡਮਿਸ਼ਨ ਲੈਣ ਲਈ। ਐਡਮਿਸ਼ਨਸ ਸਟਾਰਟ ਹੋਈਆਂ ਸੀ ਔਰ ਆਈ ਥਿੰਕ 15-20 ਦਿਨ ਉਹ ਐਡਮਿਸ਼ਨਸ ਚੱਲਣੀਆਂ ਸੀ। ਇੱਕ ਦਿਨ ਆਈ, ਮੈਂ ਵਿਜ਼ਿਟ ਕੀਤਾ ਔਰ ਮੈਂ ਦੇਖਿਆ, ਕਿਉਂਕਿ ਮੈਨੂੰ ਬਿਲਕੁਲ ਕਲੀਅਰ ਨਹੀਂ ਸੀ ਕਿ ਮੈਂ ਆਪਣੀ ਲਾਈਫ ਦੇ ਵਿੱਚ ਕੀ ਕਰਨਾ ਹੈ। 12th ਤੋਂ ਬਾਅਦ ਤਾਂ ਜਿਵੇਂ ਕਹਿੰਦੇ ਕਿ ਇੱਕਦਮ ਬਲੈਂਕ ਸੀ ਮੈਂ। ਸੋ ਖਾਲਸਾ ਕਾਲਜ ਗਈ, ਬਸ ਇੱਕ ਸੁਪਨਾ ਹੀ ਸੀਗਾ ਵੀ ਖਾਲਸਾ ਕਾਲਜ 'ਚ ਪੜ੍ਹਨਾ ਕੀ ਉੱਥੇ ਜਾ ਕੇ ਬਿਲਕੁਲ ਨਹੀਂ ਸੀ ਪਤਾ। ਖਾਲਸਾ ਕਾਲਜ ਦੇ ਅੰਦਰ ਗਏ, ਉੱਥੇ ਜਾ ਕੇ ਦੇਖਿਆ ਯਾਰ ਐਡਮਿਸ਼ਨਸ ਹੋ ਰਹੀਆਂ ਨੇ, ਬੜਾ ਮਾਹੌਲ ਬਣਿਆ ਹੋਇਆ ਹੈ। ਆਪਾਂ ਮਤਲਬ ਹੈ ਨਾ ਇੱਦਾਂ ਦੇ ਇੱਕ ਪਿੰਡ 'ਚ ਉੱਠ ਕੇ ਆਏ। ਬੇਸ਼ੱਕ ਕੌਨਵੈਂਟ ਸਕੂਲ ਦੇ ਵਿੱਚ ਪੜ੍ਹੀ ਹਾਂ ਮੈਂ, ਹੈ, ਲੇਕਿਨ ਫਿਰ ਵੀ ਇੱਕ ਜ਼ਹਿਨ 'ਚ ਨਹੀਂ ਆਇਆ ਕਿ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਕਾਲਜਿਸ ਦਾ, ਕਿਉਂਕਿ ਬਿਲਕੁਲ ਬੱਚੇ ਹੁੰਦੇ ਆਪਾਂ, ਹੈ ਨਾ। ਸੋ ਉੱਥੇ ਐਡਮਿਸ਼ਨਸ ਚੱਲ ਰਹੀਆਂ ਔਰ ਮੈਂ ਦੇਖਿਆ, ਮੈਂ ਕਿਹਾ ਯਾਰ ਆ ਤਾਂ ਬੜੇ ਹੈ ਨਾ ਬੱਚੇ ਪੜ੍ਹਦੇ ਲਿਖਦੇ ਨੇ ਔਰ ਕਿੱਦਾਂ ਟੀਚਰਸ ਐਡਮਿਸ਼ਨਸ ਕਰ ਰਹੇ ਨੇ। ਮੈਂ ਗਈ ਉੱਥੇ ਨਾ, ਮੈਨੂੰ ਇੱਕ ਮੈਮ ਮਿਲੇ, ਜਸਮੀਤ ਮੈਮ, ਫੈਸ਼ਨ ਡਿਜ਼ਾਈਨਿੰਗ ਡਿਪਾਰਟਮੈਂਟ ਦੇ ਹੈਡ ਸੀਗੇ ਉਹ। ਮੈਡਮ ਸੋਹਣੇ ਬਹੁਤ ਸੀ, ਸੋਹਣੇ ਵੇਖ ਕੇ ਚੱਲ ਗਈ ਮੈਂ ਉਹਨਾਂ ਦੇ ਟੇਬਲ 'ਤੇ। ਠੀਕ ਹੈ, ਮੈਂ ਜਾ ਕੇ कहता मैम ये टेबल मतलब जो आपने एडमिशन कर रहे हो किस चीज़ की कर रहे हो। तो मैम कहते राजे ये ना एडमिशन हैगी फैशन डिज़ाइनिंग की। सो मेरे मन च मैं यार फैशन डिज़ाइनिंग भी कोई माड़ी लाइन नहीं हैगी पापा, जो फैशन डिज़ाइनिंग भी जाया जाए तो। उस टाइम मेरे फादर मेरे नाल सीगे ते पापा मैंने कहते पुत्तर लाइन च हुंदा की है, किवें सारा करना हुंदा है। मैं कहा पापा इदां आपां फैशन डिज़ाइनिंग च मतलब आपां एक चंगे डिज़ाइनर बन सकते हैं, है ना। फिर डिज़ाइनर बन के आपां मतलब सैलीब्रिटीज़ के कपड़े डिज़ाइन कर सकते हैं, या एक चंगे लैवल के आपां डिज़ाइनर बन के अपना चंगा नाम कमा सकते हैं। सो मैम ने सानू ब्रीफ किया किस तरह करना सारा कुछ। मैं सारी ब्रीफिंग लैके घर चल गई। फिर जो एडमिशन कराने का टाइम आया उस दिन मैं आई दोबारा, आई थिंक हफ्ते के बाद आई मैं दोबारा कॉलेज। उस तो बाद मैं आई तो एडमिशन लैना ही, वो मैम सीगे ही नहीं उत्थे, एडमिशन ਲਈ मैम नहीं ਸੀਗੇ और ਉਹਦੇ ਸਾਹਮਣੇ ਮਾਸ ਕਮਿਊਨੀਕੇਸ਼ਨ ਦਾ ਟੇਬਲ ਲੱਗਾ ਹੋਇਆ ਸੀ। ਠੀਕ ਹੈ, ਸੋ ਉਹ ਟੇਬਲ ਲੱਗਾ ਹੋਇਆ, ਉੱਥੇ ਬੈਠੇ ਹੋਏ ਸੀਗੇ ਪੁਨੀਤ ਢਿੱਲੋਂ, ਜਿਹੜੇ ਮਾਸ ਕਮਿਊਨੀਕੇਸ਼ਨ ਦੇ ਹੈਡ ਸੀਗੇ ਉਸ ਟਾਈਮ ਤੇ। ਸ਼ਾਇਦ ਇਹ ਸਟਾਰਟ ਹੋਇਆ ਸੀ ਮਾਸ ਕਮਿਊਨੀਕੇਸ਼ਨ ਉਸ टाइम ਤੇ। ਅਸੀਂ ਗਏ, ਮੇਰੇ ਪਾਪਾ ਕਹਿੰਦੇ ਕਿ ਉਹ ਮੈਮ ਨਾ ਮੈਨੂੰ ਲੈ ਕੇ ਮੈਨੂੰ ਕਹਿੰਦੇ बेटा आप ना इधर आ जाओ, आपको हम बता देते हैं कि कैसे कैसे है। सो मैम बैठे, नाल रजिस्ट्रार सर बैठे खालसा कॉलेज ਦੇ।
तो मैम ने मैनू सारा ब्रीफ किया कि ऐसे ऐसे करके मास कम्युनिकेशन की लाइन है, इसमें आप मीडिया लाइन में, ये बहुत वास्ट लाइन है, आप इसमें बहुत कुछ कर सकते हो, मतलब अगर आपका इंटरेस्ट है तो। मैं कहा मैम सबसे पहले तो मुझे ये लाइन का पता ही नहीं है, लेकिन बचपन च मैंने इन्ना जरूर पता सीगा कि मैं टीवी 'ਚ जाना है। मैनू ये नहीं सी पता कि जान दा ट्रिक की है, टिप्स की ने, लाइन की है, जरिया की है, बिल्कुल नहीं सी पता। सो वो मैम ने गाइड किया मैनू सारा भी किस तरह आप जाना है, मैनू सारा समझाया। मैं तो मेरे पापा एकदम शौक, पापा कहते कि की करिए। अगर वो मैम ना होंदे ते अज मनप्रीत कुल्लर फैशन डिजाइनर होंदी। एग्जैक्टली। सो मैं मतलब पापा और मैं बाहर गए, बड़ा डिस्कस किया सी। पापा कहते कि हुण की करिए, फिर अपने रिलेटिव्स नूं कॉल कीतियां आपां कि ए लाइन दे लई सानूं गाइड किया जा रहा है, किवें करिए। वो कहते कि लाइन तो अच्छी है। फिर बड़े नैगेटिव रिव्यूज़ भी आए कि ये लाइन च कुड़ी नूं किहड़ी लाइन च पाउण लगा है ना। सो लेकिन उत्थे रजिस्ट्रार सर जिहड़े बैठे सीगे ना, उन्होंने पता की क्या कहते कि पुनीत मेरे पापा वाल दे के, यह बच्चा ना फैशन डिजाइनिंग का नहीं है, ਇਹ ਬੱਚੇ ਦਾ ਨਾ ਫੇਸ ਤੋਂ ਪਤਾ ਲੱਗ ਰਿਹਾ ਕਿ ਇਹ ਮੀਡੀਆ ਦਾ ਬੱਚਾ ਹੈ ਇਹ, ਸੋ ਇਹਨੂੰ ਜਾਣ ਨਹੀਂ ਦੇਣਾ ਆਪਾਂ ਕਿਸੇ ਸਾਈਡ ਤੇ। ਉਹਨਾਂ ਨੇ ਮੇਰੀ ਬਿਨਾਂ ਅੱਖਾਂ ਬੰਦ ਕਰਕੇ ਬਿਨਾਂ ਕਿਸੇ ਚੀਜ਼ ਤੋਂ ਐਡਮਿਸ਼ਨ ਕਰਤੀ। ਮੈਨੂੰ ਕੁਝ ਨਹੀਂ ਪਤਾ, ਆਈ ਵਾਸ ਟੋਟਲੀ ਬਲੈਂਕ ਐਟ दैट टाइम। ਮੈਨੂੰ ਕੁਝ ਨਹੀਂ ਪਤਾ ਕਿ ਹੁਣ ਮੈਂ ਕਰਨਾ ਕੀ ਹੈ ਔਰ ਕਿਵੇਂ ਮੈਂ ਇਹਦੀ ਸਟੱਡੀ ਕੰਪਲੀਟ ਕਰੂੰਗੀ, ਕਿਵੇਂ ਮੈਂ ਪੜੂੰਗੀ, ਮੈਨੂੰ ਕੁਝ ਨਹੀਂ ਪਤਾ। ਚੁੱਪ ਕਰਕੇ ਐਡਮਿਸ਼ਨ ਕਰਾ ਕੇ ਮੈਂ ਘਰ ਵਾਪਸ ਆ ਗਈ। ਮੈਂ ਤੁਹਾਨੂੰ ਹੁਣ ਪੁੱਛਣਾ ਚਾਹਾਂਗੀ, ਤੁਹਾਡੇ ਸਕੂਲ ਜਾਂ ਕਾਲਜ ਦੀ ਕੋਈ ਐਸੀ ਗੱਲ ਹੋਵੇ ਜਿਹੜੀ ਤੁਸੀਂ ਕਦੀ ਕਿਸੇ ਨਾਲ ਸ਼ੇਅਰ ਨਾ ਕੀਤੀ ਹੋਵੇ, ਕੋਈ ਐਸੀ ਕਨਫੈਸ਼ਨ ਹੋਵੇ ਕਿ ਜਿਹੜੀ ਤੁਸੀਂ ਉਦੋਂ ਕੀਤੀ ਹੋਵੇ, ਤੁਹਾਨੂੰ ਬਾਅਦ 'ਚੋਂ ਮਹਿਸੂਸ ਹੋਇਆ ਹੋਵੇ ਕਿ ਇਹ ਮੈਂ ਕਿਉਂ ਕੀਤਾ, ਤੁਸੀਂ ਸਾਡੇ ਨਾਲ ਸ਼ੇਅਰ। ਹਾਂ ਯਾਰ ਜ਼ਰੂਰ, ਕਿਉਂ ਨਹੀਂ, ਮੈਂ ਦੱਸਦੀ ਹਾਂ। 7th ਕਲਾਸ 'ਚ ਮੈਂ ਪ੍ਰਮੋਟ ਹੋਈ ਉੱਥੇ ਕਨਵੈਂਟ ਸਕੂਲ ਦੇ ਵਿੱਚ। ਮੇਰਾ ਪੜ੍ਹਾਈ 'ਚ ਜਮਾਂ ਧਿਆਨ ਨਹੀਂ ਸੀ, ਮਹਾਂ ਨਕੰਮੀ ਸੀਗੀ ਮੈਂ 7th ਕਲਾਸ ਦੇ ਵਿੱਚ। 6th ਤੱਕ ਬਹੁਤ ਸੋਹਣਾ ਪੜ੍ਹਦੀ ਸੀ ਮੈਂ, ਮੇਰਾ ਐਕਚੁਅਲੀ ਦਿਲ ਲੱਗਣਾ ਬੰਦ ਹੋ ਗਿਆ ਸੀ। ਮੈਂ ਨਾਨਕੇ ਰਹੀ ਆਪਣੇ, ਸੋ ਉਸ ਟਾਈਮ 'ਤੇ ਮੈਨੂੰ ਮੰਮਾ ਪਾਪਾ ਦੀ ਬੜੀ ਯਾਦ ਆਉਂਦੀ ਸੀ ਔਰ ਮੈਂ ਆਈ ਵਾਜ਼ ਲਾਈਕ ਕਿ ਬਸ ਹੁਣ ਮੈਂ ਪੜ੍ਹਨਾ ਹੀ ਨਹੀਂ ਆ। ਪੜ੍ਹਦੀ ਵੀ ਸੀਗੀ ਲੇਕਿਨ ਬੜੀ ਹੀ ਇੱਦਾਂ ਦਾ ਕਿ ਬਸ ਪੁਆਇੰਟ ਤੇ ਪਾਸ ਹੋਣ ਵਾਲਾ ਕੰਮ ਹੈ। ਸੋ ਮੇਰੇ ਕੋਲ ਅੱਜ ਵੀ ਕਾਰਡ ਪਿਆ ਕਨਵੈਂਟ ਸਕੂਲ ਦਾ ਜਿਹਦੇ 'ਚ ਮੈਂ 7th 'ਚ ਪ੍ਰਮੋਟ ਹੋਈ ਸੀ। ਮੈਮ ਆਪਣਾ ਥੋੜਾ ਸਟਰਗਲ ਦੱਸ ਦਿਓ ਕਿ ਕਿੱਦਾਂ ਤੁਸੀਂ ਆਪਣੇ ਛੋਟੇ ਜਿਹੇ ਪਿੰਡ ਤੋਂ ਚੰਡੀਗੜ੍ਹ ਮੂਵ ਕੀਤਾ, ਤੁਸੀਂ ਕੀ ਚੀਜ਼ਾਂ ਫੇਸ ਕੀਤੀਆਂ? ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਕੋਈ ਵੀ ਆਪਾਂ ਜਦੋਂ ਕਿਸੇ ਮੰਜ਼ਿਲ ਵੱਲ ਜਾਣਾ ਹੁੰਦਾ ਹੈ ਜਾਂ ਆਪਾਂ ਨੂੰ ਕੋਈ ਕਲੀਅਰੈਂਸ ਦਿਖਦੀ ਹੈ ਨਾ ਆਪਣੇ ਪਾਥ ਦੀ, ਤੇ ਵਿੱਚ ਰਸਤੇ 'ਚ ਰੋੜੇ ਬਹੁਤ ਆਉਂਦੇ ਨੇ। ਸੋ ਉਹ ਜਿਹੜੇ ਰਾਹ ਦੇ ਰੋੜੇ ਬਣੇ ਸੀਗੇ ਉਹ ਪਰਿਵਾਰ ਦੇ ਹੀ ਆਪਣੇ ਬਹੁਤ ਸਾਰੇ ਮੈਂਬਰਸ ਹੁੰਦੇ ਨੇ ਸਾਡੇ, ਜਿਹੜੇ ਮਤਲਬ ਕਦੇ ਵੀ ਵਿਸ਼ ਨਹੀਂ ਕਰਦੇ ਹੁੰਦੇ ਕਿ ਕਿਸੇ ਦਾ ਬੱਚਾ ਅੱਗੇ ਤਰੱਕੀ ਕਰੇ। ਸੋ ਇਸ ਤਰ੍ਹਾਂ ਦੇ ਕੁਝ ਫੈਮਿਲੀ ਮੈਂਬਰਸ ਸੀਗੇ ਸਾਡੇ, ਕੁਝ ਪਰਿਵਾਰ ਦੇ ਲੋਕ ਹੀ ਸੀਗੇ ਜਿਨ੍ਹਾਂ ਨੇ ਮੇਰੇ ਪਾਪਾ ਨੂੰ ਬਹੁਤ ਜ਼ਿਆਦਾ ਕਿਹਾ ਵੀ ਇਹਦਾ ਵਿਆਹ ਕਰ ਦੇ, +2 ਤੋਂ ਬਾਅਦ ਇਹਨੂੰ ਵਿਆਹ ਦੇ, ਇਹਨੇ ਕੁਛ ਨਹੀਂ ਕਰਨਾ, ਇਹ ਨਹੀਂ ਕਰ ਸਕਦੀ ਕੁਛ ਵੀ। ਤੇ ਉਹ ਜਿਸ ਦਿਨ ਮੈਂ ਜਰਨਲਿਸਟ ਬਣੀ, ਜਿਸ ਦਿਨ ਮੈਨੂੰ ਟੀਵੀ ਤੇ ਦੇਖਿਆ ਲੋਕਾਂ ਨੇ ਪਹਿਲੀ ਵਾਰ, ਮੇਰੀ ਲਾਈਫ ਦੀ ਫਸਟ ਇੰਟਰਵਿਊ ਜਿਹੜੀ ਸੀਗੀ ਹੰਸਰਾਜ ਹੰਸਰ ਨਾਲ ਸੀਗੀ ਔਰ ਇੰਨਾ ਸਾਰਾ ਰਸ਼, ਇੰਨੀ ਭੀੜ, ਇੰਨੇ ਲੋਕ ਆਏ ਹੋਏ ਔਰ ਮੈਂ ਬਿਲਕੁਲ ਅਨਐਕਸਪੀਰੀਅੰਸਡ। ਔਰ ਹੰਸਰਾਜ ਹੰਸਰ ਦੀ ਇੰਟਰਵਿਊ ਮੈਂ ਕੀਤੀ ਪਹਿਲੀ, ਉਹ ਇੰਟਰਵਿਊ ਚੱਲੀ ਔਰ ਬੱਬੂ ਮਾਨ ਜੀ ਦਾ ਬਰਥਡੇ ਸੀਗਾ ਉਸ ਦਿਨ, ਮੇਰੀ ਜੁਆਇਨਿੰਗ ਹੋਈ ਸੀ ਜਿਸ ਦਿਨ। ਸੋ ਜਿਸ ਦਿਨ ਇੰਟਰਵਿਊ ਦੇਖੀ, ਸੋ ਸਾਰਿਆਂ ਨੂੰ ਕਿਤੇ ਨਾ ਕਿਤੇ ਲੱਗਾ ਕਿ ਨਹੀਂ ਯਾਰ ਇਹ 'ਚ ਸਪਾਰਕ ਸੀ। ਮੈਮ ਇਸ ਪ੍ਰੋਫੈਸ਼ਨ ਦਾ ਬੈਸਟ ਪਾਰਟ ਕਿਹੜਾ ਹੈ ਤੇ ਡਿਫਿਕਲਟੀਜ਼ ਕੀ ਨੇ ਜਿਹੜੀਆਂ ਚੇਂਜ ਹੋਣੀਆਂ ਚਾਹੀਦੀਆਂ ਨੇ? ਓਕੇ, ਜਰਨਲਿਜ਼ਮ ਦਾ। ਯੈਸ ਮੈਮ। ਜਰਨਲਿਜ਼ਮ ਦਾ ਬੈਸਟ ਪਾਰਟ ਇਹ ਹੈ ਕਿ ਤੁਹਾਨੂੰ ਆਪਣੇ ਆਪ ਨੂੰ ਪਹਿਚਾਨਣ ਦਾ ਮੌਕਾ ਮਿਲਦਾ ਹੈ ਕਿ ਤੁਸੀਂ, ਕਿਉਂਕਿ ਆਪਾਂ ਬਿਹਾਈਂਡ ਦਾ ਕੈਮਰਾ ਤਾਂ ਬਹੁਤ ਗੱਲਾਂ ਕਰ ਲੈਂਦੇ ਹਾਂ ਹੈ ਨਾ, ਗੌਸਿਪਸ। ਤੇ ਜਦੋਂ ਅਸੀਂ ਕੈਮਰੇ ਦੇ ਅੱਗੇ ਬੋਲਣਾ ਹੁੰਦਾ ਹੈ ਨਾ, ਉਸ ਟਾਈਮ ਤੇ ਸਾਨੂੰ ਆਪਣੀ ਲਿਆਕਤ ਦਾ ਪਤਾ ਲੱਗਦਾ ਹੈ ਕਿ ਤੁਸੀਂ ਜੇ ਕਿਸੇ ਦੇ ਨਾਲ ਔਨ ਕੈਮਰਾ ਤੁਸੀਂ ਗੱਲ ਕਰ ਸਕਦੇ ਹੋ ਨਾ, ਇਟ ਮੀਨਸ ਤੁਸੀਂ ਕੁਝ ਵੀ ਕਰ ਸਕਦੇ ਹੋ। ਦਿਸ ਇਜ਼ ਅ ਬੈਸਟ ਪਾਰਟ ਕਿ ਤੁਹਾਨੂੰ ਆਪਣੇ ਆਪ ਨੂੰ ਪਹਿਚਾਨਣ ਦਾ ਮੌਕਾ ਮਿਲਦਾ ਹੈ ਜਰਨਲਿਜ਼ਮ ਦੇ ਵਿੱਚ। ਜਿਹੜੀਆਂ ਡਿਫਿਕਲਟੀਜ਼ ਨੇ, ਜਿਹੜੀਆਂ ਚੇਂਜ ਹੋਣੀਆਂ ਚਾਹੀਦੀਆਂ ਨੇ, ਉਹ ਇਹੀ ਹੈ ਕਿ ਜਿਹੜੀ ਪੋਲੀਟਿਕਸ ਚੱਲਦੀ ਹੈ ਕਿ ਇੱਕ ਦੂਜੇ ਦੀ ਲੱਤ ਖਿੱਚਣ ਦੇ ਵਿੱਚ ਸਾਰੇ ਲੱਗੇ ਰਹਿੰਦੇ ਨੇ ਕਿ ਕੋਈ ਅੱਗੇ ਗਰੋ ਕਿਉਂ ਕਰ ਰਿਹਾ, ਇਹ ਹਮੇਸ਼ਾ ਚੇਂਜ ਹੋਣੀ ਚਾਹੀਦੀ। ਕਿਉਂਕਿ ਜੇ ਅਸੀਂ ਕਿਸੇ ਅਦਾਰੇ ਦੇ ਵਿੱਚ ਕੰਮ ਕਰ ਰਹੇ ਹਾਂ ਨਾ, ਤਾਂ ਅਦਾਰਾ ਤਾਂ ਇੱਕ ਹੀ ਹੈ ਨਾ, ਵਿੱਚ ਜਿਹੜੇ ਕੰਮ ਕਰ ਰਹੇ ਲੋਕ ਨੇ ਉਹ ਇੱਕ ਹੀ ਅਦਾਰੇ 'ਚ ਕੰਮ ਕਰ ਰਹੇ ਨੇ। ਸੋ ਸਾਰਿਆਂ ਨੂੰ ਬਰਾਬਰ ਦੇ ਹੱਕ ਮਿਲੇ ਹੁੰਦੇ ਨੇ। ਫਿਰ ਵੀ ਜਿਹੜੀਆਂ ਵਿੱਚ ਪੋਲੀਟਿਕਸ ਚੱਲਦੀਆਂ ਨੇ ਨਾ ਚੈਨਲਸ ਦੇ ਵਿੱਚ ਜਾਂ ਕਿਸੇ ਵੀ ਅਦਾਰੇ ਦੇ ਵਿੱਚ, ਉਹ ਕਦੀ ਨਹੀਂ ਹੋਣੀ ਚਾਹੀਦੀ। ਕਿਤੇ ਨਾ ਕਿਤੇ ਆਪਾਂ ਨੂੰ ਡੀਮੋਰਲਾਈਜ਼ ਕਰਦੀ ਆ ਉਹ। ਮੈਮ ਮੈਂ ਹੁਣ ਤੁਹਾਡੇ ਨਾਲ ਇੱਕ ਗੇਮ ਖੇਲਾਂਗੀ, ਉਹ ਗੇਮ ਹੈ ਤੂੰ ਚੱਲ ਮੈਂ ਆਇਆ। ਮੈਂ ਇੱਕ ਵਰਡ ਬੋਲਾਂਗੀ, ਤੁਹਾਨੂੰ ਵਰਡ ਨੂੰ ਸੁਣਦਿਆਂ ਜੋ ਤੁਹਾਡੇ ਮਾਈਂਡ 'ਚ ਆਏਗਾ ਤੁਸੀਂ ਉੱਦਾਂ ਬੋਲ ਦੇਣਾ। ਮੇਰਾ ਪਹਿਲਾ ਸ਼ਬਦ ਹੈ ਕਾਮਯਾਬੀ। ਐਫਰਟਸ। ਪੈਰੈਂਟਸ। ਗੋਡ। ਲਾਈਫ ਵਿੱਚ ਨਸ਼ਾ ਕਿੱਦਾਂ ਦਾ ਹੋਣਾ ਚਾਹੀਦਾ ਹੈ? ਕੁਝ ਕਰ ਦਿਖਾਉਣ ਦਾ। ਮਨਪ੍ਰੀਤ ਖੁੱਲਰ। ਮਨਪ੍ਰੀਤ ਖੁੱਲਰ ਹੀ ਆ ਔਰ ਮਨਪ੍ਰੀਤ ਖੁੱਲਰ ਵਰਗਾ ਕੋਈ ਨਹੀਂ। ਚੰਡੀਗੜ੍ਹ ਉਹ ਜਗ੍ਹਾ ਹੈ ਜਿੰਨੇ ਮੈਨੂੰ ਰਸਤਾ ਦਿਖਾਇਆ ਮੇਰੀ ਲਾਈਫ ਦਾ। ਸੋ ਮੇਰੇ ਲਈ ਚੰਡੀਗੜ੍ਹ ਹੈ ਕਿ ਆਈ ਮਸਟ ਸੇ ਕਿ ਜਿੰਨੇ ਮੈਨੂੰ ਮੇਰੇ ਪਾਥ ਕਲੀਅਰ ਕੀਤੇ ਲਾਈਫ ਦੇ, ਮੇਰੇ ਜਿੰਨੇ ਐਫਰਟਸ ਸੀ ਉਹਨਾਂ ਦਾ ਮੁੱਲ ਪਾਇਆ, ਚੰਡੀਗੜ੍ਹ ਮੇਰੇ ਲਈ ਉਹ ਆ। ਮੈਮ ਜਿੱਦਾਂ ਤੁਸੀਂ ਦੱਸਿਆ ਉਸ ਟਾਈਮ ਬਹੁਤ ਸਾਰੀਆਂ ਤੁਹਾਨੂੰ ਡਿਫਿਕਲਟੀਜ਼ ਫੇਸ ਕਰਨੀਆਂ ਪਈਆਂ, ਤੁਹਾਡੇ ਫਾਦਰ ਨੂੰ ਡੀਮੋਟੀਵੇਟ ਕਰ ਦਿੱਤਾ ਗਿਆ ਤੁਹਾਡੇ ਕੁਝ ਪਰਿਵਾਰਿਕ ਮੈਂਬਰਾਂ ਵੱਲੋਂ, ਫਿਰ ਤੁਹਾਡੀ ਉਸ ਟਾਈਮ ਸਟਰੈਂਥ ਕੀ ਰਹੀ? ਮਤਲਬ ਤੁਹਾਡੇ ਫਾਦਰ ਨੇ ਫਿਰ ਉਹੀ ਡਿਸੀਜ਼ਨ ਕਿੱਦਾਂ ਲਿਆ ਕਿ ਤੂੰ ਜਰਨਲਿਸਟ ਹੀ ਬਣੇਗੀ? ਸੋ ਇਹਦੇ ਪਿੱਛੇ ਵੀ ਇਹ ਹੈ ਕਿ
ਜਦੋਂ ਇੱਕ ਟਾਈਮ ਆਉਂਦਾ ਤੁਹਾਡੀ ਲਾਈਫ ਦੇ ਵਿੱਚ ਕਿ ਜਦੋਂ ਤੁਸੀਂ ਆਪਣੇ ਪੈਰੈਂਟਸ ਨੂੰ ਆਪਣੇ ਆਪ ਨੂੰ ਪ੍ਰੂਵ ਕਰਕੇ ਦਿਖਾਉਣਾ ਹੁੰਦਾ ਹੈ। ਸੋ ਮੈਨੂੰ ਲੱਗਦਾ ਸੀ ਜਦੋਂ ਮੈਂ ਸਕੂਲ ਟਾਈਮ ਪੜ੍ਹਦੀ ਸੀ ਨਾ, ਆਈ ਵਾਸ ਬ੍ਰਿਲੀਅੰਟ। ਸਿਰਫ 7th 'ਚ ਪ੍ਰਮੋਟ ਹੋਈ ਸੀ, ਉਸ ਤੋਂ ਬਾਅਦ 8th ਤੋਂ ਬਾਅਦ ਮੈਂ ਟੌਪਰ। ਠੀਕ ਹੈ। ਸੋ ਉਸ ਟਾਈਮ ਤੇ ਮੇਰੇ ਫਾਦਰ ਨੂੰ ਲੱਗਦਾ ਸੀਗਾ ਕਿ ਇਹ ਕੁਝ ਕਰੇਗੀ, ਮੈਨੂੰ ਬਾਕੀਆਂ ਦਾ ਤਾਂ ਪਤਾ ਨਹੀਂ ਲੇਕਿਨ ਇਹ ਕੁਝ ਕਰੇਗੀ। ਸੋ ਮੈਂ ਆਪਣੇ ਪਾਪਾ ਨੂੰ ਬਹੁਤ ਮੋਟੀਵੇਟ ਕੀਤਾ, ਇੰਨਾ ਜ਼ਿਆਦਾ ਮੋਟੀਵੇਟ ਕੀਤਾ ਸਿਰਫ ਆਪਣੇ ਆਪ ਨੂੰ ਟੌਪਰ ਬਣਾ ਕੇ ਸਕੂਲਸ ਦੇ ਵਿੱਚ ਪੜ੍ਹ ਕੇ ਇੱਕ ਆਪਣੇ ਅੰਦਰ ਫਾਇਰ ਦਿਖਾਈ ਮੈਂ ਆਪਣੇ ਪਾਪਾ ਨੂੰ ਕਿ ਜਿਹੜੇ ਲੋਕ ਗੱਲਾਂ ਕਰਦੇ ਨੇ, ਕਹਿੰਦੇ ਨੇ ਕਿ ਇਹ ਕਰ ਨਹੀਂ ਸਕਦੀ ਕੁਛ, ਇਹ ਨਹੀਂ ਕਰ ਸਕਦੀ, ਉਹ ਨਹੀਂ ਕਰ ਸਕਦੀ। ਔਰ ਅੱਜ ਉਹੀ ਮੇਰੇ ਪਾਪਾ ਜਿਹੜੇ ਨੇ ਮੇਰੇ ਨਾਲ ਨੇ। ਮੇਰੇ ਪਾਪਾ ਦਾ ਪੋਜ਼ਿਟਿਵ ਹੋਣਾ ਮੇਰੇ ਲਈ ਬਹੁਤ ਵੱਡੀ ਗੱਲ ਸੀਗੀ। ਪਾਪਾ ਮੇਰੇ ਨਾਲ ਹਮੇਸ਼ਾ ਸੱਜੀ ਬਾਂਹ ਦੀ ਤਰ੍ਹਾਂ ਮੇਰੇ ਨਾਲ ਰਹੇ, ਮੇਰੀ ਬੈਕਬੋਨ ਬਣ ਕੇ ਰਹੇ ਨਾਲ। ਜਦੋਂ ਮੈਂ ਮਾਸ ਕਮਿਊਨੀਕੇਸ਼ਨ ਕਰਨੀ ਸੀ ਉਸ ਟਾਈਮ ਤੇ ਹੀ ਪਾਪਾ ਨੇ ਡਿਸਾਈਡ ਕਰ ਲਿਆ ਕਿ ਹੁਣ ਮੈਨੂੰ ਭਾਵੇਂ ਕੁਝ ਵੀ ਕਰਨਾ ਪਵੇ ਲੇਕਿਨ ਮੈਂ ਤੈਨੂੰ ਇੱਕ ਸਾਈਡ ਤੇ ਲਾ ਕੇ ਛੱਡਣਾ। ਮਤਲਬ ਫਾਦਰ ਦਾ ਮੇਨ ਰੋਲ ਹੈ। ਐਗਜ਼ੈਕਟਲੀ, ਮੇਰੇ ਪਾਪਾ ਦਾ ਪੋਜ਼ਿਟਿਵ ਹੋਣਾ ਹੀ ਮੇਰੀ ਅੱਜ ਸਕਸੈਸ ਦਾ ਰਾਜ਼ ਹੈ। ਆਪਣੇ ਫਾਦਰ ਦੇ ਕਰਕੇ ਹੀ ਅੱਜ ਮਨਪ੍ਰੀਤ ਖੁੱਲਰ ਇੱਕ ਕਾਮਯਾਬ ਜਰਨਲਿਸਟ ਬਣੇ। ਬਿਲਕੁਲ। ਮੈਂ ਮੇਰਾ ਲਾਸਟ ਕੁਐਸਚਨ ਤੁਹਾਨੂੰ ਇਹ ਹੈ ਕਿ ਤੁਹਾਡੇ ਅਪਕਮਿੰਗ ਆਉਣ ਵਾਲੇ ਪ੍ਰੋਜੈਕਟਸ ਕੀ ਨੇ, ਕਿ ਤੁਸੀਂ ਐਜ਼ ਅ ਜਰਨਲਿਸਟ ਵਰਕ ਕਰੋਗੇ ਕਿ ਕਿਸੇ ਹੋਰ ਫੀਲਡ ਵੱਲ? ਓਬਵੀਅਸਲੀ ਜਦੋਂ ਅਸੀਂ 2-3 ਬੇੜੀਆਂ ਦੇ ਵਿੱਚ ਪੈਰ ਧਰਦੇ ਹਾਂ ਤਾਂ ਗਿਰਦੇ ਹੀ ਹਾਂ। ਸੋ ਮੇਰਾ ਪ੍ਰੋਫੈਸ਼ਨ ਜਰਨਲਿਜ਼ਮ ਹੈ। ਆਈ ਮਸਟ ਸੇ ਕਿ ਮੈਂ ਜਰਨਲਿਜ਼ਮ ਦੇ ਵਿੱਚ ਹੀ ਕੰਟੀਨਿਊ ਕਰ ਰਹੀ ਹਾਂ। ਔਰ ਆਫਰਸ, ਨੋ ਡਾਊਟ ਆਫਰਸ ਬਹੁਤ ਆਉਂਦੀਆਂ ਨੇ, ਬਹੁਤ ਫਿਲਮਾਂ ਦੀਆਂ ਆਫਰਸ ਆਉਂਦੀਆਂ ਨੇ, ਬਹੁਤ ਗਾਣਿਆਂ ਦੀਆਂ ਆਫਰਸ ਆਉਂਦੀਆਂ ਨੇ, ਲੇਕਿਨ ਮੈਂ ਨਹੀਂ ਕਰਦੀ ਕਿਉਂਕਿ ਮੈਂ ਆਪਣੀ ਲਾਈਫ ਦੇ ਵਿੱਚ ਬਹੁਤ ਕਲੀਅਰ ਹਾਂ ਕਿ ਮੈਂ ਕੀ ਕਰਨਾ ਹੈ ਨਾ। ਸੋ ਮੈਂ ਜਰਨਲਿਜ਼ਮ ਦੇ ਵਿੱਚ ਆਈ ਐਮ ਡੂਇੰਗ ਮਾਈ ਬੈਸਟ। ਸੋ ਹਰ ਦਿਨ ਆਪਣੇ ਆਪ ਨੂੰ ਪੋਲਿਸ਼ ਕਰਨ ਦਾ ਮੌਕਾ ਮਿਲਦਾ ਹੈ, ਹਰ ਦਿਨ ਕੁਛ ਨਾ ਕੁਛ ਆਪਾਂ ਨਵਾਂ ਸਿੱਖਦੇ ਹਾਂ। ਸੋ ਸਟਰਗਲ ਹਜੇ ਵੀ ਕੰਟੀਨਿਊ ਹੈ, ਕੋਈ ਇਹ ਨਹੀਂ ਹੈ ਕਿ ਸਟਰਗਲ ਖਤਮ ਹੋ ਗਿਆ। ਹਜੇ ਮੈਨੂੰ ਲੱਗਦਾ ਹੈ ਕਿ ਹਜੇ ਸਿੱਖਣਾ ਸ਼ੁਰੂ ਕੀਤਾ ਮੈਂ, ਕਿਉਂਕਿ ਬੇਸ਼ੱਕ 4-5 ਸਾਲ ਹੋ ਗਏ ਨੇ ਮੈਨੂੰ ਜਰਨਲਿਜ਼ਮ ਦੇ ਵਿੱਚ, ਲੇਕਿਨ ਸਟਿਲ ਮੈਂ ਹਜੇ ਸਿੱਖਣਾ ਸ਼ੁਰੂ ਕੀਤਾ। ਸੋ ਮੈਨੂੰ ਲੱਗਦਾ ਕਿ ਹਜੇ 5 ਸਾਲਾਂ ਬਾਅਦ ਮੇਰਾ ਹਜੇ ਵੀ ਸਫ਼ਰ ਜਿਹੜਾ ਹੈ ਉਹ ਸ਼ੁਰੂਆਤ ਹੋਈ ਹੈ ਹਜੇ ਇਸ ਦੀ, ਔਰ ਇਹ ਬਹੁਤ ਦੂਰ ਤੱਕ ਜਾਊਗਾ। ਸਾਡੇ ਆਉਣ ਵਾਲੇ ਜਿਹੜੇ ਜਰਨਲਿਸਟ ਆ ਮੈਮ, ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਤੁਸੀਂ ਇੰਨੀਆਂ ਡਿਫਿਕਲਟੀਜ਼ ਫੇਸ ਕੀਤੀਆਂ ਕਿ ਉਹ ਵਾਲੀਆਂ ਡਿਫਿਕਲਟੀਜ਼ ਫੇਸ ਨਾ ਕਰਨ, ਤੁਸੀਂ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ? ਬਿਲਕੁਲ। ਸਭ ਤੋਂ ਵੱਡੀ ਗੱਲ, ਜਿਹੜਾ ਸਭ ਤੋਂ ਵੱਡਾ ਮੈਸੇਜ ਮੈਂ ਇਹੀ ਦਊਂਗੀ ਕਿ ਤੁਸੀਂ ਕਿਸੇ ਦੀ ਪਰਵਾਹ ਨਹੀਂ ਕਰਨੀ। ਜੇ ਕੁਝ ਕਰਨਾ ਹੈ ਨਾ ਜ਼ਿੰਦਗੀ ਦੇ ਵਿੱਚ, ਆਪਣੇ ਪਾਥ ਕਲੀਅਰ ਕਰੋ, ਕਿਉਂਕਿ ਲੋਕਾਂ ਦਾ ਕੰਮ ਹੈ ਬੋਲਣਾ। ਸਭ ਕੁਝ ਇਹ ਮੈਨੂੰ ਲੱਗਦਾ ਹੈ ਕਿ ਇਹ ਹਰ ਕੋਈ ਫੇਸ ਕਰਕੇ ਇਹ ਅੱਗੇ ਪਹੁੰਚਿਆ ਹੋਊਗਾ, ਕਿਉਂਕਿ ਆਪਾਂ ਨੂੰ ਹੋਰ ਤਾਂ ਕੋਈ ਨਹੀਂ ਲੇਕਿਨ ਆਪਣੇ ਰਿਲੇਟਿਵਸ ਜਿਹੜੇ ਹੁੰਦੇ ਨੇ ਨਾ, ਆਪਣੇ ਰਾਹ ਦੇ ਰੋੜੇ ਬਣ ਜਾਂਦੇ ਨੇ। ਸੋ ਕੁੜੀਓ, ਖਾਸ ਕਰਕੇ ਤੁਸੀਂ ਜੇ ਬਰਡਿੰਗ ਜਰਨਲਿਸਟ ਹੋ, ਜੇ ਜਰਨਲਿਜ਼ਮ ਦੇ ਵਿੱਚ ਤੁਹਾਡਾ ਸੀਰੀਅਸਲੀ ਐਕਸਪੀਰੀਅੰਸ ਹੈਗਾ, ਤੁਸੀਂ ਕਿਸੇ ਦੀ ਗੱਲ ਨਹੀਂ ਸੁਣਨੀ, ਕਿਉਂਕਿ ਮੀਡੀਆ ਲਾਈਨ ਬਹੁਤ ਅੱਛੀ ਲਾਈਨ ਹੈ ਜੇ ਤੁਸੀਂ ਦਿਲ ਦੇ ਨਾਲ ਕੰਮ ਕਰੋਗੇ ਤਾਂ। ਸੋ ਕਿਸੇ ਦੀ ਗੱਲ ਨਹੀਂ ਸੁਣਨੀ, ਜ਼ਰੂਰ ਤੁਸੀਂ ਜਿਹੜੀ ਆ ਬਿਨਾਂ ਕਿਸੇ ਦੀ ਗੱਲ ਸੁਣੇ, ਇਗਨੋਰ ਕੀਤੇ ਆਪਣੇ ਪਾਥ ਵੱਲ ਫੋਕਸ ਕਰੋ, ਕੰਟੀਨਿਊ ਕਰੋ, ਯੂ ਵਿਲ ਡੈਫੀਨੇਟਲੀ ਗੈਟ ਸਕਸੈਸ। ਮੈਮ ਮੈਨੂੰ ਅੱਜ ਤੁਹਾਡੇ ਤੋਂ ਬਹੁਤ ਇੰਸਪੀਰੇਸ਼ਨ ਮਿਲੀ, ਮਤਲਬ ਬਹੁਤ ਕੁਝ ਸਿੱਖਣ ਨੂੰ ਮਿਲਿਆ, ਤੇ ਮੈਨੂੰ ਲੱਗਦਾ ਮੇਰੀ ਆਡੀਅנס ਨੂੰ ਵੀ ਕੁਝ ਸਿੱਖਣ ਨੂੰ ਮਿਲਿਆ ਹੋਏਗਾ ਤੁਹਾਡੇ ਇਸ ਮੈਸੇਜ ਤੋਂ। ਥੈਂਕ ਯੂ ਸੋ ਮਚ ਮੈਮ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਸਟੂਡੀਓ ਆਏ ਤੇ ਆਪਣੀ ਜ਼ਿੰਦਗੀ ਦੇ ਅਨਪੜ੍ਹੇ ਪੰਨੇ ਸਾਡੇ ਨਾਲ ਸਾਂਝੇ ਕੀਤੇ। ਸੋ ਥੈਂਕ ਯੂ ਸੋ ਮਚ ਪੰਜਾਬੀ ਆਰਟ, ਤੁਸੀਂ ਅੱਜ ਮੈਨੂੰ ਮੌਕਾ ਦਿੱਤਾ ਕਿ ਮੈਂ ਆਪਣੀ ਜਿਹੜੀਆਂ ਲਾਈਫ ਦੇ ਉਹ ਚੈਪਟਰਸ ਦੇ ਉਹ ਪੇਜਿਸ ਨੇ ਜਿਹੜੇ ਮੈਂ ਅੱਜ ਤੁਹਾਡੇ ਚੈਨਲ ਤੇ ਆ ਕੇ ਮੈਂ ਸ਼ੇਅਰ ਕੀਤੇ ਨੇ। ਸੋ ਮੈਨੂੰ ਪੂਰੀ ਉਮੀਦ ਹੈ ਕਿ ਜਿਹੜੇ ਅਪਕਮਿੰਗ ਜਰਨਲਿਸਟ ਨੇ, ਜਿਹੜੇ ਬਰਡਿੰਗ ਜਰਨਲਿਸਟ ਨੇ, ਉਹ ਇਸ ਗੱਲ ਤੇ ਜ਼ਰੂਰ ਫੋਕਸ ਕਰਨਗੇ ਕਿ ਸਾਰਿਆਂ ਦਾ ਕੰਮ ਹੈ ਬੋਲਣਾ, ਪਰ ਜੋ ਤੁਸੀਂ ਕਰਨਾ ਲਾਈਫ ਦੇ ਵਿੱਚ ਤੁਸੀਂ ਕਰਨਾ ਹੈ, ਬਸ ਇਹੀ ਆਪਣਾ ਜਿਹੜਾ ਫੋਕਸ ਹੈ। ਇਸ ਤੋਂ ਜੇ ਤੁਸੀਂ ਹਟ ਗਏ ਤਾਂ ਫਿਰ ਤੁਸੀਂ ਕੁਝ ਨਹੀਂ ਕਰ ਸਕਦੇ। ਜੇ ਤੁਹਾਡਾ ਫੋਕਸ ਕਲੀਅਰ ਹੈ ਤਾਂ ਤੁਹਾਨੂੰ ਕੋਈ ਵੀ ਨਹੀਂ ਕੁਝ ਕਰ ਸਕਦਾ। ਥੈਂਕ ਯੂ, ਥੈਂਕ ਯੂ, ਥੈਂਕ ਯੂ। ਇਹ ਸੀ ਸਾਡੇ ਅੱਜ ਦੇ ਮਹਿਮਾਨ ਮਨਪ੍ਰੀਤ ਖੁੱਲਰ, ਜਿਨ੍ਹਾਂ ਦੀ ਜ਼ਿੰਦਗੀ ਦੇ ਅਨਪੜ੍ਹੇ ਪੰਨਿਆਂ ਨੂੰ ਅਸੀਂ ਪੜ੍ਹਿਆ। ਇਹਨਾਂ ਦਾ ਸਟਰਗਲ ਕਿੰਨਾ ਹੀ ਪ੍ਰੇਰਨਾ ਸਰੋਤ ਰਿਹਾ। ਹੋਪ ਕਰਦੇ ਹਾਂ ਤੁਹਾਨੂੰ ਅੱਜ ਦਾ ਐਪੀਸੋਡ ਬਹੁਤ ਪਸੰਦ ਆਏਗਾ। ਤੁਹਾਨੂੰ ਮਨਪ੍ਰੀਤ ਖੁੱਲਰ ਤੋਂ ਕੀ ਇਨਸਪੀਰੇਸ਼ਨ ਮਿਲੀ ਸਾਡੇ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਣਾ। ਤਦ ਤੱਕ ਮੈਨੂੰ ਯਾਨੀ ਅਕਸ਼ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪੰਜਾਬੀ ਯਾਰਡ ਐਂਟਰਟੇਨਮੈਂਟ ਦੀ ਫੈਕਟਰੀ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਲਈ ਨੋਟੀਫਿਕੇਸ਼ਨ ਨੂੰ ਪ੍ਰੈਸ ਕਰ ਲੈਣਾ। ਪੰਜਾਬੀ ਯਾਰਡ ਐਂਟਰਟੇਨਮੈਂਟ ਦੀ ਫੈਕਟਰੀ।